ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਆਪ ਜੀ ਦੇ ਨਾਲ ਅੱਜ ਅਸੀਂ ਇੱਕ ਸਾਖੀ ਸਾਂਝੀ ਕਰਨੀ ਜਾ ਰਹੇ ਹਾਂ। ਇਹ ਸਾਖੀ ਹੈ ਦ੍ਰੋਪਦੀ ਜੀ ਦੀ। ਦ੍ਰੋਪਦੀ ਜੀ ਦੀ ਕਥਾ ਬੜੀ ਵਿਚਿੱਤਰ ਹੈ ਸੰਗਤ ਜੀ। ਦੱਸਦੇ ਹਨ ਕਿ ਦ੍ਰੋਪਦੀ ਜੀ ਦਾ ਸਵੰਬਰ ਰਚਾਇਆ ਗਿਆ ਤਾਂ ਤੇਲ ਦਾ ਕੜਾਹਾ ਥੱਲੇ ਰੱਖ ਕੇ ਉੱਪਰ ਛੱਤ ਤੇ ਮੱਛੀ ਟੰਗੀ ਗਈ ਤੇ ਸ਼ਰਤ ਲਾਈ ਗਈ ਕਿ ਜਿਹੜਾ ਵੀ ਤੇਲ ਵਿੱਚੋਂ ਵੇਖ ਕੇ ਉੱਪਰ ਟੰਗੀ ਮੱਛੀ ਦੀ ਅੱਖ ਦਾ ਤੀਰ ਨਾਲ ਨਿਸ਼ਾਨਾ ਕਰਕੇ ਵਿਖਾਵੇਗਾ, ਉਸ ਨਾਲ ਦ੍ਰੋਪਦੀ ਜੀ ਦਾ ਵਿਆਹ ਹੋਵੇਗਾ। ਤੇਲ ਦੇ ਅਕਸ ਵਿੱਚੋਂ ਵੇਖ ਕੇ 10-15 ਫੁੱਟ ਉੱਚੀ ਟੰਗੀ ਹੋਈ ਮੱਛੀ ਦੀ ਅੱਖ ਦਾ ਨਿਸ਼ਾਨਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਬੜੇ ਬੜੇ ਤੀਰ ਅੰਦਾਜ਼ ਪੁੱਜੇ ਹੋਏ ਸਨ, ਪਰ ਅਰਜਨ ਇਸ ਨਿਸ਼ਾਨੇ ਦੇ ਫੁੰਡਣ ਵਿੱਚ ਕਾਮਯਾਬ ਹੋ ਗਿਆ ਤੇ ਹੋਰ ਕੋਈ ਵੀ ਇਸ ਕੰਮ ਵਿੱਚ ਪੂਰਾ ਨਾ ਉਤਰਿਆ। ਬੜੀਆਂ ਖੁਸ਼ੀਆਂ ਹੋਈਆਂ ਤੇ ਦ੍ਰੋਪਦੀ ਜੀ ਸ੍ਰੀ ਅਰਜਨ ਜੀ ਨਾਲ ਵਿਆਹੇ ਗਏ। ਇੱਥੋਂ ਹੀ ਦ੍ਰੋਪਦੀ ਦੀ ਭਗਤੀ ਦਾ ਆਰੰਭ ਹੁੰਦਾ ਹੈ। ਘਰ ਆ ਕੇ ਖੁਸ਼ ਹੋਏ ਪਾਂਡਵ ਭਰਾ ਮਾਤਾ ਨੂੰ ਕਹਿਣ ਲੱਗੇ ਕਿ ਅਸੀਂ ਇੱਕ ਚੀਜ਼ ਲਿਆਂਦੀ ਹੈ। ਮਾਤਾ ਜੀ ਨੇ ਪਤਾ ਲੱਗੇ ਬਿਨਾਂ ਹੀ ਕਹਿ ਦਿੱਤਾ ਕਿ ਜਿਹੜੀ ਚੀਜ਼ ਲਿਆਏ ਹੋ ਸਾਰੇ ਵੰਡ ਕੇ ਖਾਓ ਪੁੱਤਰੋ। ਮਾਤਾ ਕੁੰਤੀ ਸੱਸ ਦੇ ਇਹ ਕਹਿਣ ਤੇ ਕਿ ਜੋ ਵਸਤੂ ਲਿਆਏ ਹੋ ਉਹ ਵੰਡ ਖਾਓ, ਸ੍ਰੀ ਦ੍ਰੋਪਦੀ ਜੀ ਨੇ ਇਸ ਹੁਕਮ ਅੱਗੇ ਸਿਰ ਝੁਕਾ ਦਿੱਤਾ ਤੇ ਪੁੱਤਰ ਵੀ ਮਾਤਾ ਦਾ ਹੁਕਮ ਨਾ ਮੰਨਣਾ ਅਧਰਮ ਸਮਝਦੇ ਸਨ। ਸੋ ਦ੍ਰੋਪਦੀ ਜੀ 5 ਪਾਂਡਵਾਂ ਦੀ ਇਸਤਰੀ ਬਣ ਗਏ। ਇੱਕ ਸਾਲ ਸਭ ਦੇ ਪਾਸ ਰਹਿੰਦੇ ਤੇ ਦੂਜਾ ਭਰਾ ਉਸ ਵੱਲ ਵੇਖਦਾ ਵੀ ਨਾ। ਸੋ ਇਉਂ ਇਹ ਪਤੀ ਵਰਤਾ ਧਰਮ ਵਿੱਚ ਇੱਕ ਹੋਰ ਧਰਮ ਵੀ ਨਿਭਾਉਣ ਲੱਗੇ। ਪਾਂਡਵ ਭਰਾ ਯੁਧਿਸ਼ਟਰ, ਅਰਜਨ, ਭੀਮ ਸੈਨ, ਨਕੁਲ ਤੇ ਸਹਿਦੇਵ ਸ੍ਰੀ ਕ੍ਰਿਸ਼ਨ ਜੀ ਦੇ ਸ਼ਰਧਾਲੂ ਤੇ ਉਹਨਾਂ ਨੂੰ ਪੂਰਨ ਅਵਤਾਰ ਸਮਝਦੇ ਸਨ। ਇਸ ਲਈ ਦ੍ਰੋਪਦੀ ਜੀ ਦਾ ਇਤਕਾਦ ਵੀ ਉਹਨਾਂ ਤੇ ਹੋਣਾ ਸੀ। ਅੱਜ ਕੱਲ੍ਹ ਵਾਂਗ ਦਾ ਧਰਮ ਨਹੀਂ ਸੀ ਕਿ ਪਤੀ ਕਿਸੇ ਹੋਰ ਦੀ ਪੂਜਾ ਕਰੇ ਤੇ ਪਤਨੀ ਕਿਸੇ ਹੋਰ ਦੀ। ਉਹ ਇਸਤਰੀਆਂ ਪਤੀ ਤੇ ਧਰਮ ਨੂੰ ਆਪਣਾ ਧਰਮ ਤੇ ਪਤੀ ਦੇ ਇਸ਼ਟ ਨੂੰ ਆਪਣਾ ਇਸ਼ਟ ਸਮਝਦੀਆਂ ਸਨ ਤੇ ਮਰ ਕੇ ਵੀ ਇਸ ਧਰਮ ਨੂੰ ਨਿਭਾਉਂਦੀਆਂ ਸਨ। ਦੱਸਦੇ ਹਨ ਕਿ ਦ੍ਰੋਪਦੀ ਜੀ ਨੇ ਕੌਰਵਾਂ ਦੇ ਵੱਡੇ ਭਾਈ ਦੁਰਯੋਧਨ ਜੀ ਨੂੰ ਕਿਤੇ ਹਾਸੇ ਮਖੌਲ ਨਾਲ ਅੰਧ ਕੇ ਅੰਧ ਕਹਿ ਦਿੱਤਾ, ਜਿਸ ਤੇ ਕੌਰਵ ਦੁਰਯੋਧਨ ਨੇ ਬੜਾ ਗੁੱਸਾ ਮਨਾਇਆ ਤੇ ਉਸਨੇ ਇਸ ਗੱਲ ਦਾ ਬਦਲਾ ਲੈਣ ਲਈ ਧਰਮ, ਕਰਮ ਤੇ ਸ਼ਰਮ ਨੂੰ ਵੀ ਸਿੱਕੇ ਤੇ ਟੰਗ ਦਿੱਤਾ। ਹੋਣੀ ਬੜੀ ਪ੍ਰਬਲ ਹੈ, ਪਰ ਭਗਤੀ ਦੀ ਪ੍ਰੀਖਿਆ ਹੋਣੀ ਦੀ ਕਸਵੱਟੀ ਤੇ ਹੀ ਹੋਇਆ ਕਰਦੀ ਹੈ। ਕੌਰਵਾਂ ਤੇ ਪਾਂਡਵਾਂ ਨੇ ਜੂਆ ਖੇਡਿਆ ਤੇ ਜੂਏ ਵਿੱਚ ਪਾਂਡਵ ਸਭ ਕੁਝ ਹਾਰ ਗਏ। ਪਰ ਜੁਆਰੀਏ ਪਾਂਡਵ ਤੇ ਕੌਰਵ ਇਸ ਤੋਂ ਵੀ ਅੱਗੇ ਵਧੇ। ਔਰਤਾਂ ਦੀ ਸ਼ਰਤ ਲਾ ਕੇ ਬਾਜੀ ਲਾਈ ਤਾਂ ਵੀ ਪਾਂਡਵ ਹਾਰ ਗਏ। ਫਿਰ ਬਨਵਾਸ ਦੀ ਸ਼ਰਤ ਲਾ ਕੇ ਬਾਜੀ ਲਾਈ ਤਾਂ ਵੀ ਪਾਂਡਵ ਹਾਰ ਗਏ। ਆਪਣੇ ਹੱਥੀਂ ਪਾਂਡਵਾਂ ਨੇ ਬਿਪਤਾ ਸਹੇੜ ਲਈ, ਪਰ ਹੋਣੀ ਹਾਰ ਮਿਟਾਵੇ ਕੌਣ।
ਇਹ ਗੱਲ ਕਿਵੇਂ ਬਣਦੀ? ਜਦ ਬੁਰੇ ਦਿਨ ਆਉਂਦੇ ਹਨ ਤਾਂ ਮੱਤ ਤੇ ਕੁਦਰਤੀ ਪਰਦਾ ਪੈ ਜਾਂਦਾ ਹੈ। ਦ੍ਰੋਪਦੀ ਦੀ ਸ਼ਰਤ ਹਾਰਨ ਤੇ ਦ੍ਰੋਪਦੀ ਕੌਰਵਾਂ ਦੇ ਹਵਾਲੇ ਕੀਤੀ ਗਈ ਤੇ ਪਾਂਡਵ ਖਾਲੀ ਹੱਥ ਹੋ ਕੇ ਬਨਵਾਸ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਪਰ ਕੌਰਵਾਂ ਦੀ ਮੱਤ ਤੇ ਇਸ ਵੇਲੇ ਹੋਰ ਪਰਦਾ ਪੈ ਗਿਆ। ਉਹਨਾਂ ਨੇ ਪਾਂਡਵਾਂ ਨੂੰ ਜਲੀਲ ਕਰਨ ਦੀ ਖਾਤਰ ਦ੍ਰੋਪਦੀ ਨੂੰ ਨੰਗਿਆਂ ਕਰਨ ਦੀ ਠਾਣ ਲਈ। ਦੁਰਯੋਧਨ ਤੋਂ ਛੋਟੇ ਦੁਸ਼ਾਸਨ ਨੇ ਬੜੀ ਢੀਠਤਾਈ ਤੋਂ ਕੰਮ ਲਿਆ ਤੇ ਦ੍ਰੋਪਦੀ ਜੀ ਨੂੰ ਸਭਾ ਵਿੱਚ ਲਿਆ ਕੇ ਸਾਰਿਆਂ ਦੇ ਸਾਹਮਣੇ ਨੰਗਿਆਂ ਕਰਨ ਦਾ ਹੁਕਮ ਦੇ ਦਿੱਤਾ। ਭਾਈ ਗੁਰਦਾਸ ਜੀ ਇਸ ਗਾਥਾ ਨੂੰ ਇਉਂ ਬਿਆਨ ਕਰਦੇ ਹਨ। ਅੰਦਰ ਸਭਾ ਦੁਸ਼ਾਸਣੈ, ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ, ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਵੇਖਦੇ, ਔ ਘਟ ਰੁੱਧੀ ਨਾਰ ਜਿਨ੍ਹਾਂ ਦੀ, ਅੱਖੀਂ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੈ ਵਿਲ ਲਾਂਦੀ, ਕੱਪੜ ਕੋਟ ਉਸਾਰੇ ਓਨ, ਥੱਕੇ ਦੂਤ ਨ ਪਾਰ ਵਸਾਂਦੀ, ਹੱਥ ਮਰੋੜਨ ਸਿਰ ਧੁਣਨ, ਪਛੋਤਾਨ ਕਰਨ ਜਾਹੇ ਜਾਂਦੀ, ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਅਨਾਥਾਂ ਬਾਣ ਧੁਰਾਂ ਦੀ। ਦੁਸ਼ਾਸਨ ਦਾ ਹੁਕਮ ਸੁਣ ਕੇ ਦਰਬਾਨ ਗਏ ਤੇ ਸ੍ਰੀ ਦ੍ਰੋਪਦੀ ਜੀ ਨੂੰ ਧੂ ਕੇ ਸਭਾ ਵਿੱਚ ਲੈ ਆਏ। ਆਉਂਦਿਆਂ ਆਉਂਦਿਆਂ ਧੱਕਾ ਧੱਗੀ ਵਿੱਚ ਦ੍ਰੋਪਦੀ ਜੀ ਦੇ ਵਾਲ ਵੀ ਖਿਲਰ ਗਏ। ਉਹ ਪਾਂਡੂ ਜਿਨ੍ਹਾਂ ਦੀ ਤਾਕਤ ਦਾ ਸਿੱਕਾ ਉਸ ਵੇਲੇ ਦੁਸ਼ਮਣ ਵੀ ਮੰਨਦੇ ਸਨ, ਪਰ ਬਾਜੀ ਦੇ ਹਾਰਨ ਕਰਕੇ ਉਹ ਆਪਣੇ ਧਰਮ ਤੇ ਕਾਇਮ ਰਹੇ ਤੇ ਉਹਨਾਂ ਨੇ ਵਿਪਤ ਫਸੀ ਦ੍ਰੋਪਦੀ ਜੀ ਦੀ ਇਸ ਸਮੇਂ ਕੋਈ ਸਹਾਇਤਾ ਨਾ ਕੀਤੀ। ਦੁਸ਼ਟ ਦੁਸ਼ਾਸਨ ਦੇ ਹੁਕਮ ਅਨੁਸਾਰ ਜਦ ਦ੍ਰੋਪਦੀ ਜੀ ਦੇ ਕੱਪੜੇ ਲਾਹੇ ਜਾਣ ਲੱਗ ਪਏ ਤਾਂ ਦ੍ਰੋਪਦੀ ਜੀ ਨੇ ਪਹਿਲਾਂ ਤਾਂ ਮੁਜ਼ਾਹਮਤ ਕੀਤੀ, ਪਰ ਬਹੁਤਿਆਂ ਅੱਗੇ ਕੀ ਪੇਸ਼ ਜਾਣੀ ਸੀ। ਹੁਣ ਲਾਚਾਰ ਤੇ ਬੇਵੱਸ ਹੋ ਕੇ ਅੱਖਾਂ ਮੀਟ ਕੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਆਰਾਧਣ ਲੱਗੀ ਤੇ ਉਹਨਾਂ ਦਾ ਨਾਮ ਲੈ ਕੇ ਪੁਕਾਰ ਕਰਨ ਲੱਗੀ। ਦਿਲੋਂ ਮਨੋਂ ਕੀਤੀ ਪੁਕਾਰ ਨੂੰ ਭਗਵਾਨ ਨੇ ਸੁਣਿਆ ਤੇ ਦੂਜੇ ਬੰਨੇ ਅੱਤ ਤੇ ਰੱਬ ਦਾ ਵੈਰ ਹੈ। ਇਹ ਵੀ ਮਿਸਾਲ ਸੱਚੀ ਹੈ। ਸੋ ਭਗਵਾਨ ਇਸ ਵੇਲੇ ਆਪ ਭਾਵੇਂ ਸਭਾ ਵਿੱਚ ਨਹੀਂ ਸਨ ਪੁੱਜੇ, ਕਿਉਂਕਿ ਉਹ ਸਮਝਦੇ ਸਨ ਕਿ ਇਹਨਾਂ ਹੰਕਾਰੀਆਂ ਨੇ ਸਮਝਾਇਆ ਨਹੀਂ ਸਮਝਣਾ, ਪਰ ਦ੍ਰੋਪਦੀ ਜੀ ਦੀ ਪਦਵੀ ਜ਼ਰੂਰ ਬਚਾਉਣੀ ਹੈ। ਇਸ ਲਈ ਭਗਵਾਨ ਨੇ ਇਹ ਮਾਇਆ ਵਰਤਾ ਦਿੱਤੀ ਕਿ ਕੱਪੜਿਆਂ ਦੇ ਅੰਬਾਰ ਦ੍ਰੋਪਦੀ ਦੇ ਦੁਆਲੇ ਉਸ ਦੀ ਰੱਖਿਆ ਲਈ ਭੇਜ ਦਿੱਤੇ। ਸੋ ਇਹ ਕੌਤਕ ਇਉਂ ਵਰਤਿਆ ਕਿ ਦੁਸ਼ਾਸਨ ਦੇ ਦੂਤ ਕੱਪੜੇ ਲਾਉਂਦੇ ਥੱਕ ਗਏ। ਦ੍ਰੋਪਦੀ ਜੀ ਦੇ ਕੱਪੜੇ ਲਾਉਂਦਿਆਂ ਕੱਪੜਿਆਂ ਦੇ ਢੇਰਾਂ ਦੇ ਢੇਰ ਲੱਗ ਗਏ। ਸੋ ਭਾਈ ਗੁਰਦਾਸ ਜੀ ਦਾ ਹੀ ਇੱਕ ਹੋਰ ਕਬਿੱਤ ਹੈ ਇਸੇ ਵਾਰਤਾ ਤੇ। ਇਹ ਜੋ ਕੱਪੜੇ ਦ੍ਰੋਪਦੀ ਨੂੰ ਮਿਲੇ ਲੱਜਾ ਰਹੀ, ਭਾਈ ਗੁਰਦਾਸ ਜੀ ਦੇ ਕਬਿੱਤ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ, ਸੱਚ ਹੁੰਦੀ ਹੈ ਕਿ ਪਿਛਲੇ ਜਨਮ ਵਿੱਚ ਦ੍ਰੋਪਦੀ ਨੇ ਦੁਰਵਾਸਾ ਰਿਖੀ ਨੂੰ ਨਹਾਉਂਦਿਆਂ ਉਹਨਾਂ ਦੀ ਕਪੀਨ ਜਿਹੜੀ ਸੀ ਉਹਨਾਂ ਦੇ ਤਨ ਤੋਂ ਵਿਛੜ ਗਈ ਸੀ। ਦੁਰਵਾਸਾ ਰਿਸ਼ੀ ਨੇ ਕਿਹਾ ਸੀ, ਪੁੱਤਰੀ ਜੇਕਰ ਤੂੰ ਮੈਨੂੰ ਆਪਣੀ ਚੁੰਨੀ ਦਾ ਕੋਈ ਕੱਪੜਾ ਥੋੜਾ ਜਿਹਾ ਪਾੜ ਕੇ ਦੇ ਦੇਵੇਂ ਤੇ ਮੈਂ ਬਾਹਰ ਆ ਜਾਵਾਂ। ਉੱਥੇ ਫਿਰ ਦ੍ਰੋਪਦੀ ਨੇ
ਦੱਸਦੇ ਹਨ ਕਿ ਸਹੇਲੀਆਂ ਨਾਲ ਜਦੋਂ ਗਈ ਸੀ ਤੇ ਕੱਪੜਾ ਦਿੱਤਾ ਸੀ ਰਿਖੀ ਨੂੰ, ਉਹੀ ਕੱਪੜਾ ਇਹਦਾ ਵੱਧ ਕੇ ਇੱਜ਼ਤ ਬਚਾਉਣ ਦਾ, ਉਹ ਰੱਖਿਆ ਕਰਨ ਦਾ ਇੱਕ ਜਿਹੜਾ ਹੀਆ ਬਣਿਆ, ਵਿੱਚ ਹੀਲਾ ਬਣਿਆ। ਪਰਮੇਸ਼ਰ ਨੇ ਮਦਦ ਕੀਤੀ। ਉਹ ਕਬਿਤ ਇਉਂ ਹੈ, ਦ੍ਰੋਪਤੀ ਕਪੀਨ ਮਾਤਰ ਦਈ ਜੋ ਮਨੀਸਰ ਹੈ, ਤਾਤੇ ਸਭਾ ਮੱਧ ਰਹਿਓ ਬਸਨ ਪ੍ਰਵਾਹ ਜੀ। ਸੋ ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਦ੍ਰੋਪਤੀ ਦਾ ਇਹ ਦਾਨ ਦਿੱਤਾ ਹੋਇਆ ਅੱਗੇ ਆਉਂਦਾ ਹੈ। ਹਰ ਇੱਕ ਇਨਸਾਨ ਦਾ ਜੋ ਵੀ ਉਹ ਦਾਨ ਕਰਦਾ ਹੈ ਉਸ ਨੂੰ ਜ਼ਰੂਰ ਮਿਲਦਾ ਹੈ। ਸੋ ਕੱਪੜਿਆਂ ਦੇ ਢੇਰ ਲੱਗ ਗਏ, ਪਰ ਦ੍ਰੋਪਦੀ ਜੀ ਨੰਗੇ ਨਾ ਹੋਏ। ਅਖੀਰ ਜਦ ਦੂਤਾਂ ਦੀ ਪੇਸ਼ ਨਾ ਗਈ ਤਾਂ ਉਹ ਥੱਕ ਗਏ, ਤਾਂ ਹਾਰ ਕੇ ਹਟ ਗਏ। ਉਹਨਾਂ ਨੇ ਦ੍ਰੋਪਦੀ ਜੀ ਨੂੰ ਛੱਡ ਦਿੱਤਾ। ਦੁਸ਼ਟ ਚੱਕਰਿਤ ਤਾਂ ਹੋ ਗਏ, ਪਰ ਉਹਨਾਂ ਦੇ ਮਨ ਦਾ ਰੱਸੀ ਵੱਟ ਨਾ ਗਿਆ। ਦ੍ਰੋਪਦੀ ਨੂੰ ਜਦ ਛੱਡ ਦਿੱਤਾ ਗਿਆ ਤਾਂ ਉਹ ਵਿਚਾਰੀ ਆਪਣੇ ਵਾਲਾਂ ਤੇ ਬਾਕੀ ਦੇ ਕੱਪੜਿਆਂ ਨੂੰ ਸੰਭਾਲਦਿਆਂ ਦਰਬਾਰ ਵਿੱਚੋਂ ਬਾਹਰ ਨਿਕਲ ਗਈ। ਮਗਰੇ ਹੀ ਪਾਂਡਵ ਵੀ ਬਾਹਰ ਨਿਕਲ ਗਏ। ਅੱਗੋਂ ਸ੍ਰੀ ਕ੍ਰਿਸ਼ਨ ਜੀ ਮਿਲੇ। ਦ੍ਰੋਪਦਾ ਨੂੰ ਹੱਸ ਕੇ ਕਹਿਣ ਲੱਗੇ, ਕੀ ਗੱਲ ਹੈ ਦ੍ਰੋਪਦਾ, ਬੜੀ ਘਬਰਾਈ ਹੋਈ ਹੈ। ਦ੍ਰੋਪਦਾ ਚਰਨਾਂ ਤੇ ਲਿਪਟ ਗਈ ਤੇ ਕਹਿਣ ਲੱਗੀ, ਭਗਵਾਨ, ਜੇ ਅੱਜ ਤੁਸੀਂ ਰੱਖਿਆ ਨਾ ਕਰਦੇ ਤਾਂ ਦੁਸ਼ਟਾਂ ਨੇ ਮੇਰੀ ਪੱਤ ਲਾਉਣ ਲਈ ਕੋਈ ਕਸਰ ਨਾ ਛੱਡੀ। ਆਪ ਬੜੀ ਕਿਰਪਾ ਕੀਤੀ ਹੈ, ਮੇਰੀ ਬੜੀ ਮਾੜੇ ਵੇਲੇ ਸਹਾਇਤਾ ਕੀਤੀ ਹੈ। ਪਰ ਭਗਵਾਨ, ਇਹ ਦੱਸੋ ਕਿ ਤੁਸੀਂ ਮੇਰੀਆਂ ਚੀਕਾਂ ਕਢਵਾ ਕੇ, ਲੱਤਾਂ ਬਾਹਾਂ ਰਗੜਵਾ ਕੇ ਫਿਰ ਮੇਰੀ ਮਦਦ ਕੀਤੀ ਹੈ, ਪਹਿਲੇ ਕਿਉਂ ਨਾ ਕੀਤੀ। ਸ੍ਰੀ ਕ੍ਰਿਸ਼ਨ ਜੀ ਇਹ ਸੁਣ ਕੇ ਹੱਸ ਪਏ। ਕਹਿਣ ਲੱਗੇ, ਦ੍ਰੋਪਦਾ, ਤੂੰ ਅਜੇ ਵੀ ਨਹੀਂ ਸਮਝੀ। ਮੈਂ ਤਾਂ ਉਸ ਵੇਲੇ ਮਦਦ ਕਰਦਾ ਹਾਂ ਜਦ ਤੱਕ ਉਹ ਕਿਸੇ ਹੋਰ ਦੀ ਆਸ ਨਾ ਰੱਖੇ। ਓਨਾ ਚਿਰ ਮੈਂ ਉਸ ਦੀ ਸਹਾਇਤਾ ਲਈ ਨਹੀਂ ਆਉਂਦਾ। ਭਗਵਾਨ, ਮੈਨੂੰ ਹੋਰ ਕਿਸ ਦੀ ਆਸ ਸੀ। ਇਸ ਬਿਪਤਾ ਵਿੱਚ ਮੇਰੇ ਸਵਾਮੀ ਪਾਂਡਵ ਸਾਹਮਣੇ ਖੜੇ ਦੇਖ ਰਹੇ ਸਨ, ਪਰ ਉਹਨਾਂ ਨੇ ਧਰਮ ਦੀ ਖਾਤਰ ਹੱਥ ਨਹੀਂ ਲਾਇਆ। ਫਿਰ ਹੋਰ ਮੈਨੂੰ ਕਿਸ ਤੇ ਆਸ ਹੋਣੀ ਸੀ। ਦ੍ਰੋਪਦਾ, ਇਹ ਗੱਲ ਨਹੀਂ। ਜਦ ਤੱਕ ਤੈਨੂੰ ਆਪਣੇ ਤੇ ਆਸ ਰਹੀ, ਤੂੰ ਆਪ ਦੂਤਾਂ ਨਾਲ ਲੜਦੀ ਰਹੀ, ਆਪਣੇ ਆਪ ਨੂੰ ਛਡਾਉਣ ਦਾ ਯਤਨ ਕਰਦੀ ਰਹੀ। ਓਨਾ ਚਿਰ ਤੂੰ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਕੀਤਾ, ਤੇ ਜਦ ਤੂੰ ਆਪਣੇ ਬਲ ਦੀ ਵੀ ਪੇਸ਼ ਨਾ ਜਾਂਦੀ ਵੇਖੀ, ਫਿਰ ਤੂੰ ਮੇਰੇ ਕੋਲ ਅਰਦਾਸ ਕੀਤੀ ਹੈ ਤੇ ਮੈਨੂੰ ਪੂਰੀ ਤਰ੍ਹਾਂ ਯਾਦ ਕੀਤਾ। ਇਹ ਉਸ ਤੋਂ ਮਗਰੋਂ ਮੈਂ ਦੇਰ ਨਹੀਂ ਲਾਈ, ਤੇਰੀ ਸਹਾਇਤਾ ਲਈ ਪੁੱਜ ਗਿਆ ਸਾਂ। ਦ੍ਰੋਪਦੀ ਨੂੰ ਸਮਝ ਆ ਗਈ ਤੇ ਹੁਣ ਨਾ ਬੋਲੀ। ਚਰਨਾਂ ਤੇ ਸਿਰ ਰੱਖ ਕੇ ਉਹ ਹੰਝੂ ਬਹਾ ਰਹੀ ਸੀ। ਇੰਨੇ ਚਿਰ ਨੂੰ ਪਾਂਡਵ ਵੀ ਨੇੜੇ ਆਣ ਪੁੱਜੇ। ਸ੍ਰੀ ਕ੍ਰਿਸ਼ਨ ਜੀ ਦੀ ਆਗਿਆ ਲੈ ਕੇ ਫਿਰ ਉਹ ਬਨਵਾਸ ਨੂੰ ਚਲੇ ਗਏ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।